This is Navroop from New Tech Group of Educations, and today we are going to start a video which is very easy to understand because it will be in Punjabi. जी हाँ, ਅਸੀਂ ਪੰਜਾਬੀ ਲੈਂਗੁਏਜ ਦੇ ਵਿੱਚ ਅੱਜ ਦੀ ਇਹ ਵੀਡੀਓ ਬਣਾਉਣ ਜਾ ਰਹੇ ਹਾਂ ਤੇ ਅੱਜ ਦਾ ਸਾਡਾ ਟੌਪਿਕ ਹੈਗਾ ਹੈ ਟੈਂਸਸ। ਜੀ ਹਾਂ, ਟੈਂਸਸ ਜੋ ਕਿ ਇੱਕ ਟੇਢੀ ਖੀਰ ਬਣ ਜਾਂਦੀ ਹੈ ਜਦੋਂ ਅਸੀਂ ਇੰਗਲਿਸ਼ ਗ੍ਰਾਮਰ ਸਿੱਖਦੇ ਹਾਂ। ਅੱਜ ਸਟਾਰਟਿੰਗ ਤੋਂ ਅਸੀਂ ਇਸ ਬਾਰੇ ਜਾਣਕਾਰੀ ਲੈਣ ਜਾ ਰਹੇ ਹਾਂ। ਸੋ ਸਟਾਰਟ ਕਰਦੇ ਹਾਂ ਇਸ ਵੀਡੀਓ ਨੂੰ ਤੇ ਜਾਣਦੇ ਹਾਂ ਟੈਂਸਸ ਦੇ ਬਾਰੇ। ਆਓ ਕਰਦੇ ਹਾਂ ਵੀਡੀਓ ਸਟਾਰਟ ਤੇ ਜਾਣਦੇ ਹਾਂ ਟੈਂਸਸ ਦੇ ਬਾਰੇ। ਟੈਂਸਸ ਐਕਚੁਅਲ ਦੇ ਵਿੱਚ ਹੈ ਕੀ ਹੈ, ਟੈਂਸਸ ਕਿੰਨੇ ਪ੍ਰਕਾਰ ਦੇ ਹੁੰਦੇ ਨੇ, ਟੈਂਸਸ ਦੇ ਫਾਇਦੇ ਕੀ ਨੇ ਤੇ ਆਪਾਂ ਟ੍ਰਾਂਸਲੇਸ਼ਨ ਕਿਹੜੇ ਰੂਲਸ ਹੈਗੇ ਨੇ, ਪੰਜਾਬੀ ਟੂ ਇੰਗਲਿਸ਼ ਟ੍ਰਾਂਸਲੇਸ਼ਨ ਈਜ਼ੀਲੀ ਕਿਵੇਂ ਕਰ ਸਕਦੇ ਆ, ਸਾਰੀਆਂ ਗੱਲਾਂ ਦੇ ਬਾਰੇ ਜਾਣਕਾਰੀ ਲਵਾਂਗੇ ਇਸ ਵੀਡੀਓ 'ਚ। ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਇਸ ਜਾਣਕਾਰੀ ਦੇ ਨਾਲ ਕਿ ਟੈਂਸ ਐਕਚੁਅਲ ਦੇ ਵਿੱਚ ਹੁੰਦਾ ਕੀ ਹੈ। ਟੈਂਸ ਜਾਨੀ ਕਿ ਸਮਾਂ, ਜਾਨੀ ਕਿ ਟਾਈਮ। ਜੀ ਹਾਂ ਦੋਸਤੋ, ਐਕਚੁਅਲ ਦੇ ਵਿੱਚ ਕੋਈ ਵੀ ਲੈਂਗੁਏਜ ਅਗਰ ਤੁਸੀਂ ਸਿੱਖਣਾ ਚਾਹੁੰਦੇ ਹੋ ਤੇ ਤੁਹਾਨੂੰ ਟੈਂਸਸ ਦੇ ਰਾਹੀਂ ਹੀ ਸਿੱਖਣੀ ਪਵੇਗੀ, ਕਿਉਂਕਿ ਸਮਾਂ ਹੀ ਇਹ ਸਾਨੂੰ ਦੱਸਦਾ ਕਿ ਕਿਹੜਾ ਕੰਮ ਕਿਸ ਦੌਰਾਨ ਕਿਸ ਸਿਚੁਏਸ਼ਨ ਦੇ ਵਿੱਚ ਹੋ ਰਿਹਾ। ਐਕਚੁਅਲ ਦੇ ਵਿੱਚ ਅਗਰ ਮੈਂ ਖਾਣਾ ਖਾ ਚੁੱਕਾ ਤੇ ਮੈਂ ਕਹਾਂਗਾ ਆਈ ਹੈਵ ਈਟਨ ਫੂਡ। ਅਗਰ ਮੈਨੂੰ ਭੁੱਖ ਲੱਗੀ ਹੈ ਤਾਂ ਮੈਂ ਕਹਾਂਗਾ ਆਈ ਐਮ ਹੰਗਰੀ। ਠੀਕ ਹੈ, ਸੋ ਇਹ ਟਾਈਮ ਹੀ ਹੈ ਜਿਹੜੀ ਸਿਚੁਏਸ਼ਨ ਦੱਸ ਰਿਹਾ ਹੈ ਕਿ ਮੈਂ ਭੁੱਖਾ ਹਾਂ, ਮੈਂ ਜਾਂ ਖਾਣਾ ਖਾ ਚੁੱਕਾ ਹਾਂ ਜਾਂ ਮੈਂ ਖਾਣਾ ਖਾਵਾਂਗਾ। ਠੀਕ ਹੈ ਜੀ, ਇਸੇ ਅੰਤਰ ਨੂੰ ਸਮਝਣ ਵਾਸਤੇ ਸਾਨੂੰ ਟੈਂਸਸ ਦੀ ਜਿਹੜੀ ਹੈ ਪ੍ਰੈਪਰੇਸ਼ਨ ਕਰਨੀ ਪੈਂਦੀ ਹੈ, ਕਿਉਂਕਿ ਇਹੀ ਸਾਨੂੰ ਦੱਸਦਾ ਕਿ ਐਕਚੁਅਲ ਦੇ ਵਿੱਚ ਲੈਂਗੁਏਜ ਕਿਵੇਂ ਬੋਲਣੀ ਹੈ। ਠੀਕ ਹੈ ਜੀ, ਸੋ ਇਹ ਜਿਹੜਾ ਟੈਂਸ ਹੈਗਾ ਹੈ, ਇਹ ਟੈਂਸਸ ਜਿਹੜੇ ਹੁੰਦੇ ਨੇ ਇਹ ਤਿੰਨ ਤਰ੍ਹਾਂ ਦੇ ਹੁੰਦੇ ਨੇ। ਠੀਕ ਹੈ ਜੀ, ਫਸਟ ਵਨ ਪ੍ਰੈਜ਼ੈਂਟ, ਪਾਸਟ ਐਂਡ ਫਿਊਚਰ। ਜੀ ਹਾਂ, ਪ੍ਰੈਜ਼ੈਂਟ, ਪਾਸਟ ਐਂਡ ਫਿਊਚਰ ਤੁਸੀਂ ਇਹਦਾ ਜਿਹੜਾ ਹੈ ਆਰਡਰ ਜਿਹੜਾ ਵਾ ਆਪਣੇ ਅਨੁਸਾਰ ਵੀ ਤੁਸੀਂ ਸਿੱਖ ਸਕਦੇ ਹੋ। ਠੀਕ ਹੈ ਜੀ, ਸੋ ਪ੍ਰੈਜ਼ੈਂਟ ਜਿਹੜਾ ਸਮਾਂ ਚੱਲ ਰਿਹਾ, ਠੀਕ ਹੈ, ਜਾਂ ਅਸੀਂ ਕਹਿ ਸਕਦੇ ਹਾਂ ਚੱਲਦਾ ਸਮਾਂ ਪ੍ਰੈਜ਼ੈਂਟ। ਪਾਸਟ ਜਿਸ ਨੂੰ ਆਪਾਂ ਲੰਘ ਚੁੱਕਾ ਸਮਾਂ ਆਖਦੇ ਹਾਂ, ਤੇ ਫਿਊਚਰ ਆਉਣ ਵਾਲਾ ਸਮਾਂ। ਠੀਕ ਹੈ ਜੀ, ਸੋ ਤਿੰਨ ਤਰ੍ਹਾਂ ਦੇ ਟੈਂਸਸ ਹੁੰਦੇ ਨੇ, ਪ੍ਰੈਜ਼ੈਂਟ, ਪਾਸਟ ਐਂਡ ਫਿਊਚਰ, ਜਿਹੜੇ ਫਰਦਰ ਅੱਗੇ ਚਾਰ ਪਾਰਟਸ ਦੇ ਵਿੱਚ ਡਿਵਾਈਡ ਹੁੰਦੇ ਆ ਜਿਨ੍ਹਾਂ ਦੀ ਆਪਾਂ ਪ੍ਰੈਪਰੇਸ਼ਨ ਕਰਾਂਗੇ। ਠੀਕ ਹੈ ਜੀ, ਅਗਰ ਆਪਾਂ ਗੱਲ ਕਰੀਏ, ਅਗਰ ਤਿੰਨ ਟੈਂਸਸ, ਚਾਰ ਇਹਦੇ ਸਬ ਪਾਰਟਸ ਨੇ ਤੇ ਟੋਟਲ ਇਹ 12 ਟੈਂਸਸ ਬਣ ਜਾਣੇ। ਠੀਕ ਹੈ ਜੀ, ਕਿਹੜੇ ਟੈਂਸਸ ਨੇ ਅਗਰ ਗੱਲ ਕਰੀਏ ਇਹਨਾਂ ਦੇ ਸਬ ਪਾਰਟ ਦੀ, ਤਾਂ ਸਭ ਤੋਂ ਪਹਿਲਾਂ ਆਏਗਾ ਇਨਡੈਫੀਨਿਟ, ਦਿਸ ਵਨ। दूसरे नंबर ते कॉन्टिन्यूअस, तीसरे नंबर ते परफेक्ट एंड चौथे नंबर ते परफेक्ट कॉन्टिन्यूअस। किवें? प्रेजेंट इंडेफिनेट, प्रेजेंट कॉन्टिन्यूअस, प्रेजेंट परफेक्ट एंड प्रेजेंट परफेक्ट कॉन्टिन्यूअस। पास्ट इंडेफिनेट, पास्ट कॉन्टिन्यूअस, पास्ट परफेक्ट एंड पास्ट परफेक्ट कॉन्टिन्यूअस। फ्यूचर इंडेफिनेट, फ्यूचर कॉन्टिन्यूअस, फ्यूचर परफेक्ट एंड फ्यूचर परफेक्ट कॉन्टिन्यूअस। जी हाँ, ਇਹ 12 ਟੈਂਸਸ ਅਗਰ ਤੁਸੀਂ ਸਹੀ ਤਰੀਕੇ ਦੇ ਨਾਲ ਸਿੱਖ ਲਓ ਤੇ ਟ੍ਰਾਂਸਲੇਸ਼ਨ ਤੁਹਾਡੀ ਮੁੱਠੀ ਦੇ ਵਿੱਚ ਆ ਜਾਂਦੀ ਹੈ। ਟ੍ਰਾਂਸਲੇਸ਼ਨ ਕਰਨਾ ਕੋਈ ਮਤਲਬ ਔਖੀ ਗੱਲ ਨਹੀਂ ਹੈ, ਬਸ ਈਜ਼ੀਲੀ ਅੰਡਰਸਟੈਂਡ ਕਰਨਾ ਕਿ ਆਪਾਂ ਕਿਹੜੇ ਟੈਂਸ ਦੇ ਵਿੱਚੋਂ ਕਿਹੜੇ ਟੈਂਸ ਦੇ ਵਿੱਚ ਟ੍ਰਾਂਸਲੇਟ ਕਰਦੇ ਪਏ ਆ। ਉਹ ਈਜ਼ੀਲੀ ਜਿਹੜੀ ਈਜ਼ੀਨੈਸ ਜਿਹੜੀ ਹੈ ਤੁਹਾਨੂੰ ਟੈਂਸਸ ਸਿੱਖਣ ਤੋਂ ਬਾਅਦ ਹੀ ਆਉਂਦੀ ਹੈ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਟੈਂਸਸ ਦੀ ਟਾਈਪ ਸਿੱਖਣ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ ਤੇ ਜਾਣਦੇ ਹਾਂ ਪਹਿਲੇ ਟੈਂਸ ਦੇ ਬਾਰੇ, ਯਾਨੀ ਕਿ ਪ੍ਰੈਜ਼ੈਂਟ ਇੰਡੈਫੀਨੇਟ ਦੇ ਬਾਰੇ। ਆਓ ਵਧਦੇ ਹਾਂ ਅਗਲੇ ਸਟੈਪ ਵੱਲ ਤੇ ਜਾਣਦੇ ਹਾਂ ਕਿ ਪ੍ਰੈਜ਼ੈਂਟ ਇੰਡੈਫੀਨੇਟ ਯਾਨੀ ਕਿ ਪਹਿਲਾ ਟੈਂਸ ਜਿਹੜਾ ਹੈਗਾ ਹੈ ਪ੍ਰੈਜ਼ੈਂਟ ਇੰਡੈਫੀਨੇਟ, ਜਿਹਨੂੰ ਸਿੰਪਲ ਪ੍ਰੈਜ਼ੈਂਟ ਵੀ ਕਿਹਾ ਜਾਂਦਾ ਹੈ, ਉਸ ਬਾਰੇ ਜਾਣਕਾਰੀ ਲੈਂਦੇ ਹਾਂ। ਉਹ ਐਕਚੁਅਲ ਦੇ ਵਿੱਚ ਹੈ ਕੀ? ਅਗਰ ਆਪਾਂ ਟ੍ਰਾਂਸਲੇਸ਼ਨ ਈਜ਼ੀਲੀ ਸਿੱਖਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੀ ਮਦਰ ਟੰਗ ਯਾਨੀ ਕਿ ਪੰਜਾਬੀ ਦੇ ਵਿੱਚ ਇਹ ਸਾਰੇ ਟੈਂਸਸ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਸੋ ਉਹਦੇ ਵਾਸਤੇ ਸਭ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਪਹਿਚਾਨ ਪ੍ਰੈਜ਼ੈਂਟ ਇੰਡੈਫੀਨੇਟ ਦੀ। ਜਿਹੜਾ ਪ੍ਰੈਜ਼ੈਂਟ ਇੰਡੈਫੀਨੇਟ ਟੈਂਸ ਹੈਗਾ, ਇੰਡੈਫੀਨਾਈਟ ਜਿਹਨੂੰ ਕਹਿੰਦੇ ਆ, ਪ੍ਰੈਜ਼ੈਂਟ ਇੰਡੈਫੀਨਾਈਟ ਟੈਂਸ ਹੈਗਾ, ਉਹਦੀ ਪੰਜਾਬੀ ਦੇ ਵਿੱਚ ਪਹਿਚਾਨ ਹੋਣੀ ਬਹੁਤ ਜ਼ਰੂਰੀ ਹੈ। ਕਿਉਂ? ਕਾਰਨ ਕੀ ਆ? ਕਿਉਂਕਿ ਜਦੋਂ ਵੀ ਆਪਾਂ ਟ੍ਰਾਂਸਲੇਸ਼ਨ ਕਰਦੇ ਹਾਂ, ਕੋਈ ਵੀ ਪੰਜਾਬੀ ਸੈਂਟੈਂਸ ਟ੍ਰਾਂਸਲੇਸ਼ਨ ਕਰਨ ਦੀ ਕੋਸ਼ਿਸ਼ ਕਰਦੇ ਤਾਂ ਸਾਡੇ ਸਭ ਤੋਂ ਪਹਿਲਾਂ ਅਸੀਂ ਪੰਜਾਬੀ ਹੀ ਮਨ ਵਿੱਚ ਲਿਆਉਂਦੇ ਆ, ਫਿਰ ਆਪਾਂ ਟ੍ਰਾਂਸਲੇਸ਼ਨ ਉਹਨੂੰ
ਇੰਗਲਿਸ਼ ਦੇ ਵਿੱਚ ਕਰਦੇ ਹਾਂ। ਜੋ ਵੀ ਸਾਡੇ ਮਨ ਦੇ ਵਿੱਚ ਪੰਜਾਬੀ ਦੇ ਵਿੱਚ ਆਉਂਦਾ, ਅਗਰ ਆਪਾਂ ਉਹਨੂੰ ਅਸੀਂ ਅੱਛੇ ਤਰੀਕੇ ਨਾਲ ਪਹਿਚਾਨ ਪਾਈਏ ਕਿ ਇਹ ਪ੍ਰੈਜ਼ੈਂਟ ਇੰਡੈਫੀਨਿਟ ਹੈ, ਕੰਟੀਨਿਊਸ, ਪਰਫੈਕਟ ਕੰਟੀਨਿਊਸ, ਦੈਨ ਉਸ ਤੋਂ ਬਾਅਦ ਇੰਗਲਿਸ਼ ਰੂਲਸ ਅਕੋਰਡਿੰਗ ਟੂ ਦਾ ਟੈਂਸ ਅਸੀਂ ਇੰਗਲਿਸ਼ ਰੂਲਸ ਜਿਹੜੇ ਆ ਉਹ ਫਿਟ ਕਰ ਦਈਏ, ਤਾਂ ਹੀ ਅਸੀਂ ਸਹੀ ਤਰੀਕੇ ਨਾਲ ਜਿਹੜੀ ਆ ਟ੍ਰਾਂਸਲੇਸ਼ਨ ਕਰ ਪਾਵਾਂਗੇ, ਅਦਰਵਾਈਜ਼ ਨਹੀਂ ਕਰ ਪਾਵਾਂਗੇ। ਸੋ ਸਭ ਤੋਂ ਪਹਿਲਾਂ ਪ੍ਰੈਜ਼ੈਂਟ ਇੰਡੈਫੀਨਿਟ ਦੀ ਵਿੱਚ ਪੰਜਾਬੀ ਦੇ ਵਿੱਚ ਪਹਿਚਾਨ ਕੀ ਆ ਉਹਦੇ ਬਾਰੇ ਜਾਣਕਾਰੀ ਲੈਣੇ ਆ ਕਿ ਪੰਜਾਬੀ ਦੇ ਜਿਹੜੇ ਵਾਕਾਂ ਪਿੱਛੇ ਦਾ ਹੈ, ਦੀ ਹੈ, ਦੇ ਹਨ ਆਵੇ, ਯਾਨੀ ਕਿ ਪੰਜਾਬੀ ਦੇ ਜਿਹੜੇ ਵਾਕਾਂ ਪਿੱਛੇ ਦਾ ਹੈ, ਦੀ ਹੈ, ਦੇ ਹਨ ਆਵੇ, ਉਹ ਸਾਰੇ ਦੇ ਸਾਰੇ ਟੈਂਸ ਜਿਹੜੇ ਆ, ਉਹ ਸਾਰੇ ਦੇ ਸਾਰੇ ਸੈਂਟੈਂਸ ਜਿਹੜੇ ਆ ਉਹ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਅਧੀਨ ਆਉਂਦੇ ਆ। ਠੀਕ ਹੈ ਜੀ, ਪੰਜਾਬੀ ਦੇ ਜਿਹੜੇ ਵਾਕਾਂ ਪਿੱਛੇ ਦਾ ਹੈ, ਦੀ ਹੈ, ਦੇ ਹਨ ਆਵੇ, ਉਹ ਸਾਰੇ ਵਾਕ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਅਧੀਨ ਆਉਂਦੇ ਆ ਜੀ। ਕਲੀਅਰ? ਓਕੇ ਹੈ ਜੀ। ਐਗਜ਼ਾਮਪਲਸ ਲੈਣੇ ਆ। ਸੀਤਾ ਗਾਣਾ ਗਾਉਂਦੀ ਹੈ, ਇਹਦੇ ਪਿੱਛੇ ਲੱਗਾ ਹੋਇਆ ਜੀ ਦੀ ਹੈ, ਇਟ ਮੀਨਸ ਇਹ ਪ੍ਰੈਜ਼ੈਂਟ ਇੰਡੈਫੀਨਿਟ ਹੈ। ਬੱਚੇ ਮੈਦਾਨ ਵਿੱਚ ਖੇਡਦੇ ਹਨ, ਠੀਕ ਹੈ, ਸੈਂਟੈਂਸ ਦੇ ਲਾਸਟ ਤੇ ਲੱਗਾ ਹੋਇਆ ਜੀ ਦੇ ਹਨ, ਇਟ ਮੀਨਸ ਇਹ ਪ੍ਰੈਜ਼ੈਂਟ ਇੰਡੈਫੀਨਿਟ ਹੈ। ਮਾਤਾ ਜੀ ਖਾਣਾ ਪਕਾਉਂਦੇ ਹਨ, ਪਕਾਉਂਦੇ ਹਨ, ਦੇ ਹਨ, ਇਟ ਮੀਨਸ ਪ੍ਰੈਜ਼ੈਂਟ ਇੰਡੈਫੀਨਿਟ ਹੈ। ਅਗਰ ਆਪਾਂ ਈਜ਼ੀਲੀ ਪੰਜਾਬੀ ਦੇ ਵਿੱਚ ਪਹਿਚਾਨ ਕਰ ਪਾਵਾਂਗੇ ਤਾਂ ਹੀ ਆਪਾਂ ਈਜ਼ੀਲੀ ਇੰਗਲਿਸ਼ 'ਚ ਟ੍ਰਾਂਸਲੇਟ ਕਰ ਪਾਵਾਂਗੇ, ਤੇ ਤਾਂ ਸਾਨੂੰ ਇੰਗਲਿਸ਼ ਜਿਹੜੀ ਆ ਸਹੀ ਤਰੀਕੇ ਨਾਲ ਲਿਖਣੀ, ਪੜ੍ਹਨੀ, ਬੋਲਣੀ ਤੇ ਸਮਝਣੀ ਆਵੇਗੀ। ਨੈਕਸਟ ਸਟੈਪ ਵੱਲ ਵਧਦੇ ਹਾਂ ਤੇ ਜਾਣਦੇ ਹਾਂ ਕਿ ਇਸ ਪ੍ਰੈਜ਼ੈਂਟ ਇੰਡੈਫੀਨਿਟ ਦੇ ਇੰਗਲਿਸ਼ ਰੂਲਸ ਕੀ ਆ ਟ੍ਰਾਂਸਲੇਸ਼ਨ ਵਾਸਤੇ। ਸੋ ਆਓ ਜਾਣਦੇ ਹਾਂ ਕਿ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਰਾਹੀਂ ਅਗਰ ਤੁਸੀਂ ਟ੍ਰਾਂਸਲੇਸ਼ਨ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਜਿਹੜੀ ਇੰਗਲਿਸ਼ ਰੂਲਿੰਗ ਹੈਗੀ ਆ, ਇੰਗਲਿਸ਼ ਰੂਲਸ ਹੈਗੇ ਆ, ਉਹ ਕਿਹੜੇ ਰੂਲਸ ਨੇ ਤੇ ਕਿਵੇਂ ਅਸੀਂ ਜਿਹੜਾ ਵਾ ਈਜ਼ੀਲੀ ਜਿਹੜਾ ਵਾ ਟ੍ਰਾਂਸਲੇਸ਼ਨ ਕਰ ਸਕਦੇ ਹਾਂ। ਇਸ ਵੀਡੀਓ ਦੇ ਐਂਡ ਦੇ ਉੱਪਰ ਮੈਂ ਤੁਹਾਨੂੰ ਕੁਝ 5 ਤੋਂ 10 ਸੈਂਟੈਂਸ ਟ੍ਰਾਂਸਲੇਟ ਵੀ ਕਰਕੇ ਵਿਖਾਵਾਂਗਾ, ਸੋ ਬਣੇ ਰਹੋ ਐਂਡ ਤੱਕ ਇਹ ਵੀਡੀਓ ਜ਼ਰੂਰ ਵੇਖਿਓ। ਸੋ ਜਾਣਦੇ ਹਾਂ ਕਿ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਜਿਹੜਾ ਹੈਗਾ ਇਹਦੇ ਜਿਹੜੇ ਇੰਗਲਿਸ਼ ਰੂਲਸ ਹੈਗੇ ਨੇ ਇਹ ਕਿਹੜੇ ਹੈਗੇ ਨੇ। ਸੋ 3 ਵਾਕਾਂ ਲਈ ਯਾਨੀ ਕਿ 3 ਸੈਂਟੈਂਸਸ ਲਈ ਅਸੀਂ ਇਹ ਰੂਲਸ ਕਰਾਂਗੇ। ਸਿੰਪਲ ਸੈਂਟੈਂਸ, ਨੈਗੇਟਿਵ ਸੈਂਟੈਂਸ ਐਂਡ ਇੰਟਰੋਗੇਟਿਵ ਸੈਂਟੈਂਸ। ਸਿੰਪਲ ਸੈਂਟੈਂਸ ਯਾਨੀ ਕਿ ਅਗਰ ਮੈਂ ਗੱਲ ਕਰਾਂ ਸੀਤਾ ਗਾਣਾ ਗਾਉਂਦੀ ਹੈ ਤਾਂ ਇਹ ਬਿਲਕੁਲ ਸਿੰਪਲ ਸੈਂਟੈਂਸ ਹੈਗਾ। ਨੈਗੇਟਿਵ ਦੀ ਗੱਲ ਕਰਾਂ ਤੇ ਸੀਤਾ ਗਾਣਾ ਨਹੀਂ ਗਾਉਂਦੀ ਹੈ, ਯਾਨੀ ਕਿ ਜਿਹੜਾ ਨਾਵਾਚੀ ਜਿਹਦੇ ਵਿੱਚ ਨਾ ਹੋਵੇ, ਸੀਤਾ ਗਾਣਾ ਨਹੀਂ ਗਾਉਂਦੀ ਹੈ। ਐਂਡ ਇੰਟਰੋਗੇਟਿਵ ਕਿ ਸੀਤਾ ਗਾਣਾ ਗਾਉਂਦੀ ਹੈ ਜਿਹਦੇ ਵਿੱਚ ਕੋਈ ਕੁਐਸਚਨ ਹੋਵੇ। ਸੋ ਸਿੰਪਲ, ਨੈਗੇਟਿਵ ਐਂਡ ਇੰਟਰੋਗੇਟਿਵ ਸੈਂਟੈਂਸਿਸ ਲਈ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਲਈ ਟ੍ਰਾਂਸਲੇਸ਼ਨ ਕਰਨ ਲਈ ਇਹ ਰੂਲ ਸਿੱਖ ਰਹੇ ਹਾਂ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆਏਗਾ ਜੀ ਸਬਜੈਕਟ। ਅਗਰ ਸਿੰਪਲ ਦੀ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਆਏਗਾ ਸਬਜੈਕਟ। ਬਹੁਤ ਸਾਰੇ ਬੱਚੇ ਜਿਹੜੇ ਸਬਜੈਕਟਸ ਦੇ ਬਾਰੇ ਨਹੀਂ ਜਾਣਦੇ, ਯਾਨੀ ਕਿ ਕਰਤਾ ਦੇ ਬਾਰੇ ਨਹੀਂ ਜਾਣਦੇ। ਅਗਰ ਮੈਂ ਗੱਲ ਕਰਾਂ ਸੀਤਾ ਗਾਣਾ ਗਾਉਂਦੀ ਹੈ ਤਾਂ ਇਹਦੇ ਵਿੱਚ ਇਹ ਸੀਤਾ ਸ਼ਬਦ ਜਿਹੜਾ ਹੈਗਾ ਇੱਕ ਸਬਜੈਕਟ ਹੈ। ਕਿਉਂ ਸਬਜੈਕਟ ਹੈ? ਕਿਉਂਕਿ ਇਹ ਕਰਤਾ ਹੈ। ਕਰਤਾ ਮਤਲਬ ਜਿਹੜਾ ਕੰਮ ਕਰ ਰਿਹਾ, ਗਾਣਾ ਕੌਣ ਗਾ ਰਿਹਾ ਹੈ? ਸੀਤਾ। ਸੋ ਦੈਟਸ ਵਾਈ ਸੀਤਾ ਇਜ਼ ਅ ਸਬਜੈਕਟ। ਸੋ ਇਸ ਕਰਕੇ ਅਗਰ ਰੂਲਸ ਦੇ ਅਕੋਰਡਿੰਗਲੀ ਮੰਨੀਏ ਤਾਂ ਸਿੰਪਲ ਦੇ ਵਿੱਚ ਸਭ ਤੋਂ ਪਹਿਲਾਂ ਆਏਗਾ ਸਬਜੈਕਟ, ਉਸ ਤੋਂ ਬਾਅਦ ਵਰਬ ਦੀ ਪਹਿਲੀ ਫਾਰਮ ਲੱਗੇਗੀ। ਮੈਂ ਟ੍ਰਾਂਸਲੇਟ ਕਰਕੇ ਵਿਖਾਵਾਂਗਾ ਤੇ ਇਹਨੂੰ ਪ੍ਰੂਫ ਵੀ ਕਰਾਂਗਾ। ਵਰਬ ਦੀ ਪਹਿਲੀ ਫਾਰਮ 3 ਫਾਰਮਸ ਹੁੰਦੀਆਂ ਨੇ, ਫਸਟ, ਸੈਕੰਡ, ਥਰਡ। ਅਸੀਂ ਉਹਦੇ ਵਿੱਚੋਂ ਪਹਿਲੀ ਫਾਰਮ ਇਹਦੇ ਪ੍ਰੈਜ਼ੈਂਟ ਇੰਡੈਫੀਨਿਟ ਦੀ ਟ੍ਰਾਂਸਲੇਸ਼ਨ ਦੌਰਾਨ ਲਗਾਵਾਂਗੇ। ਨੈਕਸਟ ਆ ਗਿਆ ਜੀ ਐਸ ਔਰ ਈਐਸ। ਵਰਬ ਦੀ ਪਹਿਲੀ ਫਾਰਮ ਦੇ ਨਾਲ ਐਸ ਔਰ ਈਐਸ ਲੱਗੇਗੀ। ਕਿਵੇਂ ਲੱਗੇਗੀ? ਐਸ ਕਦੋਂ ਲੱਗੇਗੀ, ਈਐਸ ਕਦੋਂ ਲੱਗੇਗੀ, ਇਹ ਵੀ ਮੈਂ ਅੱਗੇ ਦੱਸਦਾ। ਐਂਡ ਲਾਸਟ ਦੇ ਉੱਤੇ ਆਬਜੈਕਟ, ਯਾਨੀ ਕਿ ਜਿਸ ਆਬਜੈਕਟ ਦੇ ਬਾਰੇ, ਜਿਸ ਚੀਜ਼ ਦੇ ਬਾਰੇ ਗੱਲ ਹੋ ਰਹੀ ਹੈ ਉਸ ਚੀਜ਼ ਨੂੰ ਅਸੀਂ ਆਬਜੈਕਟ ਕਹਿੰਦੇ ਆ। ਯਾਨੀ ਕਿ ਗਾਣਾ ਇੱਕ ਆਬਜੈਕਟ ਹੈ। ਇੱਥੇ ਵਰਬ ਕੰਮ ਗਾਉਂਦੀ ਹੈ, ਸੀਤਾ ਗਾਣਾ ਗਾਉਂਦੀ ਹੈ, ਸੀਤਾ ਸਬਜੈਕਟ ਆ, ਗਾਣਾ ਜਿਹੜਾ ਆਬਜੈਕਟ ਆ ਤੇ ਗਾਉਂਦੀ ਹੈ ਵਰਬ ਆ। ਸੋ ਸਿੰਪਲ ਦੇ ਰੂਲਸ ਤੁਸੀਂ ਵੇਖੇ ਬਹੁਤ ਈਜ਼ੀ ਨੇ। ਅੱਗੇ ਆਪਾਂ ਟ੍ਰਾਂਸਲੇਸ਼ਨ ਕਰਾਂਗੇ, ਬਹੁਤ ਈਜ਼ੀ ਤਰੀਕੇ ਦੇ ਨਾਲ ਟ੍ਰਾਂਸਲੇਸ਼ਨ ਕਰਾਂਗੇ। ਅੱਗੇ ਆ ਗਿਆ ਜੀ ਨੈਗੇਟਿਵ। ਨੈਗੇਟਿਵ ਯਾਨੀ ਕਿ ਨਾਵਾਚੀ, ਸੀਤਾ ਗਾਣਾ
नहीं गाउंदी है, उन्होंने आपां अगर ट्रांसलेट करना तो किहड़े-किहड़े रूल्स अप्लाई होणगे। सब तो पहला आएगा जी सब्जेक्ट, उस तो बाद नाल लगेगा जी डू जां डज। डू कित्थे लगदा है, डज कित्थे लगदा है, ये भी मैं दसांगा। लेट्स मूव ऑन नेक्स्ट वन। नॉट, डू डज एंड नॉट। डू डज प्लस नॉट, जां डू लगेगा जां डज लगेगा, इहदे नाल नॉट लगेगा ही लगेगा। इहदे विच नेगेटिव दे विच वर्ब दी पहली फॉर्म लगेगी एंड ऑब्जेक्ट लगेगा, कोई खास चेंज नहीं है। सब्जेक्ट सब्जेक्ट फर्स्ट फॉर्म डू एंड डज प्लस नॉट लगा होया, इत्थे एस और यस लगी सी, एस और यस कट्टी गई बिकॉज इत्थे डू डज आ गया एंड ऑब्जेक्ट है। सो सिंपल दे विच सब्जेक्ट प्लस वी फर्स्ट प्लस एस और यस प्लस ऑब्जेक्ट है जी। नेगेटिव दे विच सब्जेक्ट प्लस डू जां डज प्लस नॉट प्लस वी फर्स्ट प्लस ऑब्जेक्ट है। एंड इंटरोगेटिव की गल करिए तो सब तो पहला जेड़ा डू डज निकल के बाहर आ जाएगा, डू डज आएगा जी पहला, डू जां डज पहला, उस तो बाद आएगा जी सब्जेक्ट, उस तो बाद आएगा जी वी फर्स्ट एंड ऑब्जेक्ट, लास्ट है क्वेश्चन मार्क। सो ये फटाफट इसको नोट कर लो अपनी कापी दे उत्ते, तां जो आपां अगे जिहड़ी ट्रांसलेशन करन जा रहे हैं वो ईजिली तुसी रूल्स नूं फॉलो करते हुए कर पाओ। ठीक है जी। सो एक एग्जाम्पल लैने आ, सीता गाना गाउंदी है। अगर मैं गल करा सिंपल दी तो मैं लिखांगा पहला सब्जेक्ट, बिकॉज इत्थे सब्जेक्ट आ सीता। वी फर्स्ट सिंग, एस और ई एस मैप चूज की एस बिकॉज क्यों अगे गल करते हैं सीता सिंग्स। अगे आ गया जी ऑब्जेक्ट, ठीक है जी, सॉन्ग, सीता सिंग्स सॉन्ग। सो बहुत सारे बच्चे जेड़ा है सिंपल ट्रांसलेशन नूं नहीं कर पाते, वो इज़एमआर दे उत्ते आदी होए पए आ। ठीक है जी। सो इस तरीके नाल तुसी फॉलो करते हुए ट्रांसलेशन कर सकते हो। सीता गाना नहीं गाउंदी है, इथों फिर सब्जेक्ट सीता, डू जां डज, मैं चक्या जी डज, किवें चक्या भी दसांगा। सीता डज, नॉट लगेगा ही, सीता डज नॉट, अगेन वी फर्स्ट, इस बारी एस नहीं लगा, क्यों नहीं लगा गल करांगे अगे, बिकॉज इत्थे असी डज लगा दिता है, यस इत्थे लग चुकी है, दैट्स वाई सीता डज नॉट सिंग एंड ऑब्जेक्ट लास्ट से आ गया जी सॉन्ग। ठीक है जी, इथों आप चुके जी सॉन्ग, ऑब्जेक्ट यानी कि सॉन्ग। सो सीता डज नॉट सिंग सॉन्ग। ठीक है जी। लास्ट से इंटेरोगेटिव आ गया जी। इंटेरोगेटिव सब तो पहला आ गया जी डज, क्योंकि डू या डज पहला आ गया जी। उस तो बाद आएगा जी सब्जेक्ट डज सीता सिंग सॉन्ग एंड क्वेश्चन मार्क। डज इथों लिया, सब्जेक्ट का सीता आ गया जी, वी फर्स्ट सिंग आ गई जी, उस तो बाद ऑब्जेक्ट सॉन्ग आ गया एंड क्वेश्चन मार्क। सो दिस इज द रूलिंग हाउ टू ट्रांसलेट इन प्रेजेंट इंडेफिनिट फ्रॉम पंजाबी टू इंग्लिश। यू कैन अंडरस्टैंड फ्रॉम दिस। फटाफट इसके नोट्स बना लो ਤਾਂ जो आप ईजिली फ्यूचर ਦੇ ਵਿੱਚ ਵੀ ਜਿਹੜਾ ਵਾ ਇਹਨੂੰ अगर ਤੁਸੀਂ टीचर बनना चाहते हो ਜਾਂ ਕਿਸੇ ਨੂੰ ਸਿਖਾਉਣਾ ਚਾਹੁੰਦੇ ਹੋ, ਸਭ ਤੋਂ ਪਹਿਲਾਂ ਤਾਂ ਹੀ ਸਿਖਾ ਪਾਓਗੇ ਅਗਰ ਤੁਹਾਡੇ ਨੋਟਸ अच्छे ने। ਜਿਹੜੀ मैं वीडियो बनाना ਉਹਦੇ फटाफट नोट्स बना लिया करो। सो लैट्स मूव ऑन नेक्स्ट वन कि दो क्वेश्चंस इत्थे अराइव होंदे ने कि डू कित्थे लगदा ते डज कित्थे लगदा, एस कित्थे लगदी ते ईएस कित्थे लगदी। वादे अगले स्टैप वाल ते जानते हैं कि प्रेजेंट इंडेफिनिट दे विच जदों आपां ट्रांसलेशन करते हैं तां वर्ब की पहली फॉर्म दे नाल जिहड़ी एस और एस लगती है कदों लगती है। नंबर 2 कंडीशन डू डस नेगेटिव ते इंटेरोगेट दे विच जिहड़ा डू एंड डस लगता है वो कदों कदों लगता है। सो सब तो पहला केस की आ कि एस और ई एस कदों एप्लीकेबल हुंदी है प्रेजेंट इंडेफिनिट दे विच। अगर आपां इस चीज वाल ध्यान दईए, इफ सब्जेक्ट इज सिंगुलर, सीधी सीधी जी गल है, अगर तुहाडा सब्जेक्ट जिहड़ा हैगा है वो सिंगल है, लाइक ही शी इट एनी सिंगुलर एनी नेम, कोई भी सिंगुलर सब्जेक्ट अगर तुहाडे सेंटेंस दे विच हुंदा है दैन वी फर्स्ट यानी कि वर्ब की पहली फॉर्म के नाल एस और ई एस एप्लीकेबल होवेगी।
अदरवाइज नहीं होगी। बट इस दे नाल ही एक होर नवा क्वेश्चन इत्थे अराइज हो जाता। वो क्वेश्चन की है कि एस कित्थे लगेगी ते ई एस कित्थे लगेगी। ठीक है, ये तो सानू पता चल गया कि जिहड़ी एस और ई एस वी फर्स्ट दे नाल उदों एप्लीकेबल हुंदी है जदों जिहड़ा सब्जैक्ट सिंगल हुंदा। लेकिन नाल दी नाल सानू ये भी जानना पवेगा कि जे सब्जैक्ट सिंगल है उहदे नाल एस लगेगी, वर्ब दी पहली फॉर्म दे नाल एस लगेगी जां ई एस लगेगी। इत्थे कंडीशन है, अगर तुहाडी जिहड़ी वर्ब हैगी आ, कोई भी वर्ब जिहड़ी हैगी है वो किसे वॉवल दे नाल ए आई ई ओ एंड यू अल्फाबेट्स 26 होंदे ने जिहदे विचों ए आई ई ओ यू वॉवल्स ने, बाकी सारे कॉन्सोनेंट्स ने। अगर तुहाडी वर्ब जिहड़ी है वो किसे वॉवल दे नाल एंड हो रही है, लाइक गो, जी ओ, जी तो बाद आ रहा है जी वॉवल। अगर ते तुहाडी वर्ब जिहड़ी है किसे वॉवल दे नाल एंड हो रही है, इस तो बाद ई एस लगेगा। तुसी अखा मीट के इहदे नाल ई एस लगा सकते हो। अगर कोई वर्ब जिहड़ी है वॉवल दे नाल एंड नहीं हो रही, लाइक ईट, तां तुसी उहदे नाल एस ही लगाओगे। क्लियर? सो इस केस तो बाद एस और ई एस कित्थे लगेगा ये जानने तो बाद चलते हैं कि जानते हैं कि डू एंड डज कित्थे लगेगा। सब तो पहली गल है कि अगर सब्जेक्ट तुहाडा ही, शी, इट जां कोई सिंगल जां कोई नेम है, देन उथे डज, नॉट जां इंटरोगेटिव च डज लगेगा। अगर सब्जेक्ट तुहाडा आई, वी, यू, दे जां फिर कोई प्लूरल है, उस केस दे विच असीं डू लगावांगे। सो होप ये सारिਆਂ ਨੂੰ क्लीयर हो चुका है कि डू डज कित्थे लगदा है, एस और ई एस कित्थे लगदी है, ते खास तौर ते एस कित्थे लगदी है ते ई एस कित्थे लगदी है। सो ये सन प्रेजेंट इंडेफिनेट टेंस दे रूल्स एंड सम कंडीशंस। नेक्स्ट चलते हैं ते कुछ प्रैक्टिस करके, कुछ सेंटेंसेस की प्रैक्टिस करके जानते हैं कि ट्रांसलेशन किवें कीती जाती है। सो प्रेजेंट इंडेफिनेट दी इस वीडियो दे विच अंत ते असी ट्रांसलेशन करन चले हैं। होप तुहानू सारे दे सारे टेंसेस दे रूल्स जिहड़े हैगे प्रेजेंट इंडेफिनेट दे जिहड़े रूल्स हैगे आ वो तुसी समझ चुके हो। अगर कोई भी तुहाडा ऑब्जेक्शन है जां कोई किसी बच्चे नू समझ नहीं आया जां किसी दोस्त नू समझ नहीं आया, तुसी कमेंट जां मेरी ईमेल ते उत्ते मैसेज करके मैनू पूछ सकते हो। ट्रांसलेशन स्टार्ट करते हैं। सब तो पहला माता जी खाना पकाउंदे हन, माता जी खाना पकाउंदे हन, सिंपल। यानी कि सब तो पहला आएगा जी सब्जेक्ट, सब्जेक्ट मेरे मदर, ठीक है जी। सो असी लिया मदर, इत्थे सब्जेक्ट की है मदर। सब्जेक्ट तो बाद सब तो पहला आएगा वी फर्स्ट, एस और ई एस एंड ऑब्जेक्ट। माइंड दे विच रिमाइंड करके फिर ट्रांसलेट करो। सो मदर कुक, वर्ब की पहली फॉर्म लाई, इहदे नाल एस लाई बिकॉज सब्जेक्ट जिहड़ा सिंगल है इहदे नाल आपां एस लगावांगे, ठीक है जी। सिंगल तो बाद जिहड़ा वर्ब है किया उहदा लास्ट वाला वर्ड जिहड़ा वा कोई भी वॉबल नहीं है, इस करके आपां एस लगाई, इत्थे ई एस नहीं लगाई। सब तो पहला इथों कंडीशन चेक की, फिर एस लगाई। मदर कुक्स एंड ऑब्जेक्ट, मदर कुक्स फूड। क्लियर? नेगेटिव की गल करिए तो आएगा सब तो पहला सब्जेक्ट, सब्जेक्ट प्लस डू या डज प्लस नॉट प्लस वी फर्स्ट प्लस ऑब्जेक्ट। सो मदर सिंगल है, सिंगुलर सब्जेक्ट हैगा, इट मीनस इत्थे डज लगेगा। रिपीट कर लो, सिंगुलर दे नाल लगेगा जी डज, प्लूरल दे नाल लगेगा डू। ओके, सो मदर डज नॉट, यानी कि डज दे नाल नॉट लगाया। कुक, हुण इत्थे एस नहीं लगी बिकॉज ये वाली एस निकल के ई एस बन गई। क्लियर? बिकॉज इत्थे एस और ई एस वर्ब की पहली फॉर्म दे नाल एक बारी ही लगनी है, ते डू इत्थे एज अ वर्ब रिएक्ट कर रहा है। सो मदर डज नॉट कुक फूड, ठीक है। सो मदर कुक्स फूड, मदर डज नॉट कुक फूड एंड
इंटैरोगेटिव के माता जी खाना पकाउंदे हन, कुछ नहीं करना, इस डस नूं पहला लिखो, डज मदर कुक फूड एंड क्वेश्चन मार्क, डज मदर कुक फूड। होप तुसी सारे ने नोट कर लिया। नैक्सट सेंटेंस वाल चलते हैं, बच्चे मैदान विच खेडदे हन। हुण इत्थे बच्चे बच्चे जिहड़ा सबजैक्ट हैगा है ये प्लूरल है, बच्चे जाने के ज्यादा है, सो आपां इत्थे लिखांगे चिल्ड्रन। चिल्ड्रन इत्थे वर्ब दी पहली फॉर्म दे नाल एस और एस नहीं लगेगा, सो चिल्ड्रन प्ले, एस और एस नहीं लाया, चिल्ड्रन प्ले फुटबॉल, चिल्ड्रन प्ले बच्चे मैदान विच खेडदे हन, सॉरी इत्थे फुटबॉल नहीं है, बच्चे मैदान विच खेडदे हन, चिल्ड्रन प्ले इन ग्राउंड। ठीक है जी, चिल्ड्रन प्ले इन ग्राउंड। नेगेटिव दे विच आएगा चिल्ड्रन डू नॉट, बिकॉज मैं ऑलरेडी कह चुका कि अगर तुहाडा सब्जेक्ट जिहड़ा है वो प्लूरल है तो डू नॉट लगेगा। चिल्ड्रन डू नॉट प्ले इन द ग्राउंड। सो व्हाइट बोर्ड की जिहड़ी राइटिंग है वो थोड़ा एडजस्ट कर लियो। सो चिल्ड्रन डू नॉट प्ले इन द ग्राउंड, ओके, GROUND ग्राउंड। एंड इंटेरोगेटिव अगर जो असी इंटेरोगेटिव च ट्रांसलेट करांगे तो ये डू पहला आ जाएगा, डू चिल्ड्रन प्ले इन द ग्राउंड। क्लियर। सो सेकंड सेंटेंस भी आपां ट्रांसलेट कर चुके हैं अकॉर्डिंग टू द रूल्स। ठीक है, फटाफट रूल्स से अगर किसी को प्रॉब्लम आ रही है तो बार बार रूल्स एक बारी, दो बारी, तीन बारी, चार बारी करके प्रैक्टिस हो जाएगी। जो प्रैक्टिस करोगे, प्रैक्टिस मेक्स मैन परफेक्ट, सो तुसी भी परफेक्ट हो जाओगे। मैं रोज प्रार्थना करता हाँ, आई सब्जेक्ट इज आई। हुण बहुत सारे बच्चों को एक कन्फ्यूजन होंदा है कि आई सिंगल है, बट प्रेजेंट इंडेफिनिट दे विच मैं ऑलरेडी लिखा चुका हाँ, आई वी यू दे, एनी प्लूरल, आई नू असी एज अ प्लूरल लेके चल रहे हैं, जिहदे इहदे नाल ऑब्वियसली इस एक यानी कि मैं एक ही हाँ, लेकिन इत्थे इंग्लिश की रूलिंग के अनुसार असी आई दे नाल प्लूरल वाले जिहड़े रूल्स है वो अप्लाई करने वाले हैं। सो मैं रोज प्रार्थना करता हाँ, आई प्रे डेली। अगेन इत्थे वर्ब दी पहली फॉर्म दे नाल एस और एस असी नहीं अप्लाई कर रहे। ठीक है जी। सो मैं रोज प्रार्थना नहीं करता हाँ, आई डू नॉट प्रे, आई डू नॉट प्रे। कि मैं प्रार्थना करता हाँ, डू आई प्रे एंड क्वेश्चन मार्क। मैं रोज प्रार्थना करता हाँ, आई डू नॉट प्रे डेली, सॉरी डेली मिस हो गया सी, डू आई प्रे डेली और एवरी डे। ठीक है जी। सो इस तरीके नाल तुसी ट्रांसलेट कर सकते हो। लास्ट सेंटेंस हैगा असी अमृतसर विच रहंदे हां, वी लिव। इत्थे वी जिहड़ा है ये प्लूरल सब्जेक्ट हैगा। अगेन वर्ब दी पहली फॉर्म दे नाल एस और इस नहीं लगेगी। वी लिव इन अमृतसर, वी लिव इन अमृतसर। वी असी अमृतसर विच नहीं रहंदे हां, वी डू नॉट लिव इन अमृतसर। क्लियर। कि असी अमृतसर विच रहंदे हां, डू वी लिव इन अमृतसर। सो होप ये चार सेंटेंस तुहानू अंडरस्टैंडिंग करने विच हेल्प करने, पूरा हेल्प करनगे। सो अगे चलते हैं, कुछ होर सेंटेंसेस ट्रांसलेट करते हैं। सो नैक्सट चार सेंटेंसेस नू ट्रांसलेट करते हैं ते अज दी इस प्रेजेंट इंडेफिनिट टेंस नू जानन दी जिहड़ी वीडियो है उहनू अगे वधाउने आ। पहला सेंटेंस हैगा मैं बैंक विच पैसे जमा करवाउंदा हां। सो आई सब्जेक्ट इज आई डिपॉजिट
I deposit money in the bank. So I इथे subject हैगा वा, deposit verb हैगी है, I deposit money in the bank. I मैं बैंक विच पैसे जमा नहीं करवांदा हां. I do not deposit money in the bank. I do not deposit money in the bank. So अगर इंटेरोगेटिव बनावा, do I money, do I deposit money in the bank? सो इस तरीके ना असी इस सेंटेंस ਨੂੰ ट्रांसलेट कर सकते हैं. नेक्स्ट है जी, सुरजीत रोज स्कूल जाता है. सुरजीत रोज स्कूल जाता है. सुरजीत इज सब्जेक्ट. सुरजीत गो, यानी कि वॉवल ना एंड हो रही है तो ईएस लगेगी. सुरजीत गोस टू स्कूल डेली. नेगेटिव, सुरजीत रोज स्कूल नहीं जाता है. सुरजीत डज नॉट गो, हुण इथों ईएस नहीं लगी. डज नॉट गो टू स्कूल डेली. एंड इंटेरोगेटिव, डज सुरजीत गो टू स्कूल डेली क्वेश्चन मार्क. नेक्स्ट सेंटेंस वाल जाने हैं. मेरे पिताजी मैनू रोजाना फोन करते हैं. माई फादर इज सब्जेक्ट. माई फादर फोन करते हैं, कॉल ना लगेगी एस. माई फादर कॉल्स मी एवरी डे. एवरी डे. मेरे पिताजी मैनू रोजाना फोन नहीं करते हैं. माई फादर does not call me every day. and के मेरे पिताजी मैनू रोजाना फोन करते हैं. does my father call me every day and question mark. so clear, hope ये तीन सेंटेंस तुहानू क्लियर हो गए ने. नेक्स्ट सेंटेंस लेने हैं. मैं अपना पाठ याद करता हां. आई लर्न माई लेसन. सो आई डू नॉट लर्न माई लेसन. So I learn my lesson. I do not learn my lesson. And do I learn my lesson? Hope you will understand this video about present indefinite tense. And इस तरह की वीडियोस मैं अगे भी बनाता रहांगा. ते अगर तुसीं इस वीडियो नूं पसंद कर रहे हो, तुहानूं अच्छी लगी, अंडरस्टैंडेबल वीडियो लगी, ਤਾਂ ਇਹ ਸ਼ੇਅਰ ਕਰੋ, ਸਬਸਕ੍ਰਾਈਬ ਜ਼ਰੂਰ ਕਰ ਲਓ. ਆਉਣ ਵਾਲੇ ਸਮੇਂ ਦੇ ਵਿੱਚ ਮੈਂ ਹੋਰ ਵੀਡੀਓਜ਼ ਬਣਾ ਰਿਹਾ ਤਾਂ ਜੋ ਸਾਰੇ ਦੇ ਸਾਰੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਣ. ਥੈਂਕ ਯੂ ਵੈਰੀ ਮੱਚ ਐਂਡ ਮਿਲਦੇ ਆ ਅਗਲੀ ਵੀਡੀਓ 'ਚ.